अस्सलाम वालेकुम। ਤੁਹਾਨੂੰ ਪਤਾ ਹੀ ਹੋਣਾ ਸਊਦੀਆ ਦੇ ਕਾਨੂੰਨ ਕਿਤਨੇ ਸਖਤ ਨੇ, ਲੇਕਿਨ ਸਖਤ ਨੇ ਗੈਰ ਮੁਲਕੀਆਂ ਵਾਸਤੇ। ਸਊਦੀਆ ਨੂੰ ਸਭ ਮਾਫ ਹੈ, ਮਾਫੀ ਮੁਸ਼ਕਲ ਉਹਨਾਂ ਵਾਸਤੇ। ਗੈਰ ਮੁਲਕੀ ਇੱਕ ਛੋਟੀ ਜੀ ਗਲਤੀ ਕਰਦੇ ਉਹਨੂੰ ਪੁੱਠਿਆਂ ਲਟਕਾ ਕੇ ਰੱਖ ਦਿੰਦੇ ਨੇ, ਨਹੀਂ ਤੇ ਕੰਨ ਫੜਾ ਦਿੰਦੇ ਨੇ, ਖਰੂਜ ਲਾ ਕੇ ਵਾਪਸ ਭੇਜ ਦਿੰਦੇ ਨੇ। ਇਤਨੇ ਸਖਤ ਕਾਨੂੰਨ ਨੇ ਗੈਰ ਮੁਲਕੀਆਂ ਵਾਸਤੇ। ਜਵਾਨ ਕਹਿੰਦਾ ਕਿ ਮੇਰਾ ਦੋਸਤ ਸਊਦੀਆ ਕੰਮ ਕਰਦਾ ਸੀ, ਉਹਨੇ ਮੈਨੂੰ ਫੋਨ ਕੀਤਾ, ਕਹਿੰਦਾ ਇੱਥੇ ਕੰਮ ਹੈ ਹੀ ਜੇ ਤੂੰ ਆਉਣਾ ਤੇ। ਕਹਿੰਦਾ ਮੈਂ ਕਿਸ ਚੀਜ਼ ਦਾ ਕੰਮ ਹੀ? ਕਹਿੰਦਾ ਇਸਤੀਮਾਰਾਤੁਨ। ਕਹਿੰਦਾ ਇਸਤੀਮਾਰਾਤੁਨ ਕੀ ਹੁੰਦਾ? ਕਹਿੰਦਾ ਉਹ ਜਿਹੜਾ ਤੂੰ ਪਾਕਿਸਤਾਨ ਪੈ ਕਰਨੇ ਮਾਲ ਡੰਗਰ ਦਾ। ਤੇ ਕਹਿੰਦਾ ਤਨਖਾਹ ਕਿਤਨੀ ਕੋਈ ਹੈ? ਕਹਿੰਦਾ 90-80 ਹਜ਼ਾਰ ਰੁਪਇਆ ਨਿਕਲ ਆਉਂਦੀ ਹੈ। ਕਹਿੰਦਾ ਠੀਕ ਹੈ ਤੂੰ ਵੀਜ਼ਾ ਭੇਜ ਤੇ मैं आ जाना। कहता उन्हें वीज़ा भेजा, मैं टुर गया सऊदीया। वाकई जाके देखा रज पाकिस्तानी फार्मां ते काम करते हैं, भेड़ा बकरियां का। कहता जिस तरह के पाकिस्तान हालात ने इस तरह ही उन्होंने उत्थे हालात ने। कहता मैं भी जाके काम शुरू कर दिता। कहता कफील बड़ा ही चंगा सी, जिसले आंदा खाना शाना साढ़े वास्ते लैके आंदा। कहता महीने डेढ़ बाद किरे आंदा सी। कहता उन्हें 4 शादियां कीतियां सी ते एक बीवी जिहड़ी सी उत्थे फार्म दे नेड़े सी, सामने नज़र आंदा है उहदा घर। कहता वो सामने सी ते अक्सर जिहड़ा मेरे नाल मुंडा काम करदा उहनूं तकदी रहिंदी सी, उहनूं इशारे करदी सी बई इधर आ, ਤੇ ਉਹ ਜਾਂਦਾ ਕੋਈ ਨਹੀਂ ਸੀ। ਕਹਿੰਦਾ ਮੈਂ ਕਿਹਾ ਜਾ। ਕਹਿੰਦਾ ਉਹਦੇ ਘਰ ਜਿਸੇ ਕੋਈ ਚੀਜ਼ ਦੇਣੀ ਹੁੰਦੀ ਸੀ ਨਾ, ਇੱਕ ਬਜ਼ੁਰਗ ਨੇ ਸਾਡੇ ਕੋਲ, ਉਹ ਜਾਂਦੇ ਸੀ ਘਰ ਚੀਜ਼ ਦੇਣ, ਸਾਡੇ 'ਚ ਕੋਈ ਨਹੀਂ ਸੀ ਜਾਂਦਾ। ਕਹਿੰਦਾ ਮੈਂ ਕਿਹਾ ਤੈਨੂੰ ਬੁਲਾਉਂਦੀ ਹੈ ਤੂੰ ਜਾਂਦਾ ਕਿਉਂ ਨਹੀਂ? ਕਹਿੰਦਾ ਤੈਨੂੰ ਪਤਾ ਨਹੀਂ ਸਊਦੀਆ ਦੇ ਕਾਨੂੰਨ ਦਾ, ਜੇ ਕਫੀਲ ਨੂੰ ਪਤਾ ਲੱਗ ਗਿਆ ਉਹਨੇ ਸਾਡੀ ਧੌਣ ਲਾ ਦੇਣੀ ਹੈ। ਤੂੰ ਵੀ ਨਾ ਉਧਰੋਂ ਤੱਕ ਚੁੱਪ ਕਰਕੇ ਆਪਣਾ ਕੰਮ ਕਰ। ਉਹ ਕਹਿੰਦਾ ਮੈਂ ਕਿਹਾ ਕੁਝ ਨਹੀਂ ਹੁੰਦਾ, ਉਹ ਆਪੂ ਬੁਲਾਉਂਦੀ ਹੈ ਵੀ ਤੈਨੂੰ ਕਾਹਦੀ ਟੈਨਸ਼ਨ ਹੈ? ਕਹਿੰਦਾ ਨਹੀਂ ਨਹੀਂ ਤੂੰ ਜਾਣਾ ਤੇ ਲਗਾ ਜਾ, ਮੈਂ ਨਹੀਂ ਚੱਲਾ। ਕਹਿੰਦਾ ਠੀਕ ਹੈ ਮੈਂ ਲਗਾ ਜਾਣੇ ਤੇ ਕਿਹੜੀ ਗੱਲ ਹੈ? ਕਹਿੰਦਾ ਨੇ ਬੁਲਾਇਆ ਤੇ ਮੈਂ ਟੁਰ ਗਿਆ। ਕਿਹਾ ਤੇ ਕਹਿੰਦਾ 2-3 ਘੰਟੇ ਬਾਅਦ ਮੈਂ ਥੱਲੇ ਆਇਆ। ਕਹਿੰਦਾ ਤੂੰ ਤਾਂ ਸੱਚੀ ਮੁੱਚੀ ਟੁਰ ਗਏ। ਕਹਿੰਦਾ ਤੇ ਫੇਰ ਕੀ ਉਹਨੇ ਬੁਲਾਇਆ? ਤੇ ਕਹਿੰਦਾ ਉਹਨੇ ਚੰਗੀ ਭਲੀ ਮੇਰੀ ਖਿਦਮਤ ਕੀਤੀ ਹੈ, ਬੜੀ ਚਾਸ ਆਈ ਹੈ ਉੱਥੇ। ਕਹਿੰਦਾ ਤੇਰਾ ਦਿਮਾਗ ਖਰਾਬ ਹੈ, ਕਫੀਲ ਨੂੰ ਪਤਾ ਲੱਗਾ ਤੇ ਸਾਨੂੰ ਸਾਰਿਆਂ ਨੂੰ ਪੁੱਠਿਆਂ ਲੰਮਿਆਂ ਪਾ ਦੇਗਾ। ਉਹ ਕਹਿੰਦਾ ਕੁਝ ਨਹੀਂ ਹੁੰਦਾ ਤੇ ਕਫੀਲ ਨੂੰ ਕੌਣ ਦੱਸੇਗਾ? ਮਹੀਨੇ ਡੇਢ ਬਾਅਦ ਤੇ ਉਹ ਆਉਂਦਾ। ਕਹਿੰਦਾ ਚੱਲ ਬਸ ਤੇਰੀ ਮਰਜ਼ੀ। ਕਹਿੰਦਾ 2-4 ਵਾਰੀ ਮੈਂ ਗਿਆ ਤੇ ਉਹ ਤੱਕ ਕੇ ਸੜਨ ਲੱਗ ਪਿਆ। ਉਹ ਕਹਿੰਦਾ ਤੂੰ ਸਾਨੂੰ ਹੀ ਫਸਾ ਦੇਣਾ। ਉਹਨੇ ਇੰਝ ਕੀਤਾ, ਕਫੀਲ ਨੂੰ ਫੋਨ ਕਰਕੇ ਕਹਿੰਦਾ ਕਿ ਕਫੀਲ ਇਹ ਜਿਹੜਾ ਬੰਦਾ ਹੈ ਨਾ, ਇਹ ਜਾਂਦਾ ਤੇਰੀ ਜ਼ਨਾਨੀ ਕੋਲ। ਕਹਿੰਦਾ ਕਫੀਲ ਨੂੰ ਪਤਾ ਲੱਗਾ, ਉਹਨੇ ਬੁਲਾ ਲਿਆ ਇਹਨੂੰ ਵੀ ਤੇ ਮੈਨੂੰ ਵੀ। ਕਹਿੰਦਾ ਇੱਧਰ ਆ ਜਾਓ ਦੋਏ। ਕਹਿੰਦਾ ਮੈਂ ਕਿਹਾ ਕਫੀਲ ਇਹ ਝੂਠ ਮਾਰਦਾ, ਮੈਂ ਨਹੀਂ ਗਿਆ, ਇਹਦਾ ਦਿਲ ਹੈ ਕਿ ਮੈਨੂੰ ਛੁੱਟੀ ਹੋਵੇ ਤੇ ਆਪਣੇ ਭਰਾ ਨੂੰ ਪਾਕਿਸਤਾਨ ਨੂੰ ਬੁਲਾਏ। ਕਹਿੰਦਾ ਕਫੀਲ ਕਹਿੰਦਾ ਇਹ ਗੱਲ ਹੈ? ਕਹਿੰਦਾ ਉਹਨੇ ਫੜਾ ਕੇ ਉਹਨੂੰ ਕੰਨ ਦੇ ਮਾਰ 4.5। ਕਹਿੰਦਾ ਚੰਗਾ ਕੁੱਟੀ ਉਸ ਨੂੰ। ਕਹਿੰਦਾ ਮਾਫੀ ਮੰਗੇ। ਕਫੀਲ ਆ ਝੂਠ ਮਾਰਦਾ। ਕਹਿੰਦਾ ਮੈਂ ਚੁੱਪ ਕਰਕੇ ਖਲੋ ਕੇ ਹੱਥ ਬੰਨ ਕੇ ਪਿਆ ਤੱਕਾਂ। ਕਹਿੰਦਾ ਆਇੰਦਾ ਤੂੰ ਕੀਤਾ ਨਾ ਤੇ ਤੈਨੂੰ ਮੈਂ ਖਰੂਜ ਲਾ ਕੇ ਵਾਪਸ ਤੋਰ ਦੇਣਾ। ਕਹਿੰਦਾ ਇਸੇ ਵਾਪਸ ਆਇਆ। ਕਹਿੰਦਾ ਪੁੱਤਰ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ। ਕਹਿੰਦਾ ਤੂੰ ਕਿਹੜਾ ਮੇਰੇ ਨਾਲ ਚੰਗਾ ਕੀਤਾ? ਤੂੰ ਜਾ ਕਫੀਲ ਨੂੰ ਮੇਰੀ ਸ਼ਿਕਾਇਤ ਲਾਈ ਹੈ, ਜੇ ਕਫੀਲ ਨੂੰ ਪਤਾ ਲੱਗ ਜਾਂਦਾ ਫੇਰ? ਕਹਿੰਦਾ ਪੁੱਤਰ ਮੈਂ ਤੈਨੂੰ ਪੁੱਛ ਲਾਂਗਾ। ਕਹਿੰਦਾ ਉਹਨੇ ਮੇਰੇ ਨਾਲ ਕੋਡ ਬਣ ਲਈ। ਕਹਿੰਦਾ ਮੈਂ ਇੱਕ ਨਾ ਇੱਕ ਦਿਨ ਤੈਨੂੰ ਫਾੜ ਹੀ ਲੈਣਾ। ਕਹਿੰਦਾ ਮੈਂ ਕਿਹਾ ਮੈਂ ਹੁਣ ਜਾਣਾ ਹੀ ਨਹੀਂ। ਕਹਿੰਦਾ ਮੈਂ ਉਹਨੇ ਬੁਲਾਇਆ, ਮੈਂ ਕਿਹਾ ਮੈਂ ਨਹੀਂ ਜਾਣਾ। ਕਹਿੰਦਾ ਉਹ ਆਪੂ ਆ ਗਈ। ਕਹਿੰਦਾ ਜੇ ਤੂੰ ਨਾ ਆਇਆ, ਮੇਰੇ ਕੋਲ ਤੇਰੀਆਂ ਸਾਰੀਆਂ ਫੋਟੋਆਂ ਨੇ ਤੇ ਮੈਂ ਤੇਰੇ ਕਫੀਲ ਨੂੰ ਦਿਆਂਗੀ ਸਾਰੀਆਂ ਫੋਟੋਆਂ, ਫਿਰ ਤੈਨੂੰ ਆਪੇ ਪੁੱਠਾ ਲਟਕਾ ਦੇਗਾ। ਕਹਿੰਦਾ ਮੈਂ ਡਰ ਗਿਆ। ਕਹਿੰਦਾ ਮੈਂ ਕਿਹਾ ਫਿਰ ਮੈਂ ਦਿਹਾੜੀ ਨਹੀਂ ਆਉਣਾ, ਮੈਂ ਰਾਤੀ ਆਵਾਂਗਾ। ਕਹਿੰਦੇ ਚੱਲ ਤੂੰ ਰਾਤੀ ਆ ਜੀ। ਕਹਿੰਦਾ ਮੈਂ ਰਾਤੀ ਜਾਂਦਾ ਰਿਹਾ। ਫਿਰ ਕਹਿੰਦਾ ਉਹਨੇ ਮੈਨੂੰ ਤੱਕ ਲਿਆ ਰਾਤੀ ਜਾਂਦਿਆਂ, ਜਿਹਨੂੰ ਮਾਰ ਪਈ ਸੀ ਕਫੀਲ ਕੋਲੋਂ। ਕਹਿੰਦਾ ਉਹਨੇ ਕਫੀਲ ਨੂੰ ਫੋਨ ਕਰਕੇ ਆਖਿਆ ਕਫੀਲ ਇਹ ਹੁਣ ਰਾਤੀ ਜਾਂਦਾ ਉੱਥੇ। ਕਹਿੰਦਾ ਠੀਕ। ਕਫੀਲ ਕਹਿੰਦਾ ਤੂੰ ਜਿਸ ਵੇਲੇ ਗਿਆ ਨਾ ਮੈਨੂੰ ਦੱਸੀ, ਮੈਂ ਆਵਾਂਗਾ ਤੇ ਮੈਂ ਤੈਨੂੰ ਇਨਾਮ ਹੀ ਦਿਆਂਗਾ ਅਗਰ ਸੱਚੀ ਗੱਲ ਹੋਈ, ਨਾ ਸੱਚੀ ਹੋਈ ਤੇ ਮੈਂ ਤੈਨੂੰ ਖਰੂਜ ਲਾ ਕੇ ਵਾਪਸ ਭੇਜ ਦਿਆਂਗਾ। ਕਹਿੰਦਾ ਠੀਕ ਹੈ ਕਫੀਲ। ਕਹਿੰਦਾ ਜਿਉਂ ਹੀ ਮੈਂ ਉੱਥੇ ਗਿਆ ਮਗਰੋਂ ਇਹਨੇ ਫੋਨ ਕੀਤਾ, ਕਫੀਲ ਆ ਗਿਆ ਗੱਡੀ ਲੈ ਕੇ। ਕਹਿੰਦਾ ਉਹਨੇ ਹੱਥ 'ਚ ਤਲਵਾਰ ਫੜੀ, ਸਿੱਧਾ ਆ ਕੇ ਦਰਵਾਜ਼ਾ ਖੋਲ ਕੇ ਮੈਨੂੰ ਤੱਕੀ, ਉਸ ਮੈਂ ਬਗੈਰ ਕੱਪੜਿਆਂ ਤੋਂ। ਕਹਿੰਦਾ ਖੰਜ਼ੀਰ ਖੰਜ਼ੀਰ। ਕਹਿੰਦਾ ਜਿਉਂ ਹੀ ਅੱਗੇ ਆਇਆ ਸਾਹਮਣੇ ਬਾਰੀ 'ਚੋਂ ਮੈਂ ਛਾਲ ਮਾਰੀ, ਥੱਲੇ ਦੜਾਲ ਕਰਦਾ। ਕਹਿੰਦਾ ਥੋੜੀ ਜਿਹੀ ਮੇਰੀ ਲਾਤੇ ਲੱਗੀ, ਮੈਂ ਨੰਗਮ ਨੰਗਾ ਕਹਿੰਦਾ ਨੱਸ ਪਿਆ। ਕਹਿੰਦਾ ਜਾ ਕੇ ਆਪਣੇ ਫਾਰਮ 'ਚ ਜਗ੍ਹਾ, ਮੈਂ ਦੂਸਰਾ ਜਿਹੜਾ ਯਾਰ ਦੋਸਤ ਨੇ ਫਾਰਮ, ਉਹਨਾਂ ਦੇ ਫਾਰਮ 'ਚ ਮੈਂ ਟੁਰ ਗਿਆ। ਉਹਨਾਂ ਨੂੰ ਜਾ ਕੇ ਦੱਸਿਆ ਯਾਰ ਮੇਰੇ ਨਾਲ ਤੇ ਇਹ ਮਸਲਾ ਬਣ ਗਿਆ। ਉਹਨਾਂ ਕਿਹਾ ਖੁਦਾ ਦਾ ਨਾ ਹੀ ਇੱਥੋਂ ਨੱਸ ਜਾ, ਸਾਨੂੰ ਸਾਰਿਆਂ ਨੂੰ ਉਹਨਾਂ ਲੰਮਿਆਂ ਪਾ ਲੈਣਾ। ਕਹਿੰਦਾ ਤੂੰ ਮੈਂ ਕੱਪੜੇ ਪਾਏ, ਮੈਨੂੰ ਕਹਿੰਦੇ ਨੇ ਉਹ ਜੰਗਲ 'ਚ ਟੁਰ ਜਾ ਤੇ ਬਾਅਦ 'ਚ ਅਸੀਂ ਤੈਨੂੰ ਆ ਕੇ ਮਿਲ ਲਾਂਗੇ ਉੱਥੇ। ਕਹਿੰਦਾ ਮੈਂ ਕਿਹਾ ਠੀਕ ਹੈ। ਕਹਿੰਦਾ ਮੈਂ ਉੱਥੋਂ ਨੱਸ ਗਿਆ, ਜਾ ਕੇ ਜੰਗਲ 'ਚ ਜਾ ਕੇ ਬਹਿ ਰਿਹਾ। ਕਹਿੰਦਾ ਪੂਰੀ ਰਾਤ ਉੱਥੇ ਬੈਠਾ ਰਿਹਾ। ਦੂਜੇ ਦਿਨ ਸੁਬਾਹ ਮੁੰਡਾ ਮੈਨੂੰ ਢੂੰਡਦਾ ਉੱਥੇ ਆਇਆ। ਕਹਿੰਦਾ ਤੂੰ ਚੰਗਾ ਕੀਤਾ ਟੁਰ ਗਿਆ, ਉੱਥੇ ਦੇ ਢੇਰ ਅਰਬੀ ਆਏ ਸੀ ਤੇਰੇ ਮਗਰ, ਸਾਰੀਆਂ ਤਲਵਾਰਾਂ ਫੜੀਆਂ ਸੀ। ਕਹਿੰਦਾ ਬੜੀ ਬੁਰੀ ਹਾਲਤ ਹੋਣੀ ਸੀ ਤੇਰੀ। ਕਹਿੰਦਾ ਮੈਨੂੰ ਹੁਣ ਇਹ ਦੱਸੋ ਕਿ ਮੈਂ ਹੁਣ ਸਊਦੀਆ 'ਚ ਕਿੰਜ ਨਿਕਲਾਂ? ਕਹਿੰਦਾ ਸਊਦੀਆ 'ਚ ਇੱਥੇ ਏਜੰਟ ਕੱਢਦੇ ਨਹੀਂ, 7-8 ਲੱਖ ਰੁਪਈਆ ਲੈਂਦੇ ਨਹੀਂ ਤੇ ਤਾਂ ਤੂੰ ਸਊਦੀਆ 'ਚ ਜਾ ਸਕਨੇ, ਟਰਾਲੇ 'ਚ ਭਾਲ ਕੇ ਤੈਨੂੰ ਬਾਰਡਰ ਕ੍ਰਾਸ ਕਰਾਉਣਗੇ। ਕਹਿੰਦਾ ਯਾਰ ਜੂੰ ਜਾਣਦੇ ਹੋ ਤੇ ਮੈਨੂੰ ਇੱਕ ਵਾਰੀ ਨਾ ਹੱਥੋਂ ਕੱਢੋ। ਕਹਿੰਦਾ ਪਾਕਿਸਤਾਨ ਵੀ ਇੰਨੇ ਪੈਸੇ ਕੋਈ ਨਹੀਂ ਸੀ ਕਿ ਉਹ ਪੈਸੇ ਦੇਣ। ਕਹਿੰਦਾ ਇਹਨੇ ਮਿਹਨਤ ਕੀਤੀ ਨਾ, ਫਿਰ ਪੈਸੇ ਅੱਗੋਂ ਪਿੱਛੋਂ ਫੜ ਤੜ ਕੇ ਨਾ ਇਹਦੀ ਜਾਨ ਬਚਾਈਏ। ਕਹਿੰਦਾ ਉਹਨੇ ਟਰਾਲੇ 'ਚ ਮੈਨੂੰ ਬਿਠਾਇਆ। ਕਹਿੰਦਾ ਮੈਂ ਬਾਰਡਰ ਕ੍ਰਾਸ ਕਰਕੇ ਤੇ ਆ ਗਿਆ। ਕਹਿੰਦਾ ਉੱਥੋਂ ਟਿਕਟ ਕਰਾਈ, ਪਾਕਿਸਤਾਨ ਆ ਗਿਆ। ਕਹਿੰਦਾ ਜਿਸ ਵੇਲੇ ਪਾਕਿਸਤਾਨ ਆਇਆ, ਆ ਕੇ ਸ਼ੁਕਰ ਅਲਹਮਦੁਲਿਲਾ ਕੀਤਾ ਕਿ ਮੈਂ ਕੀ ਘਰ ਬੈਠਾ ਸਾਂ। ਉਹਨੇ ਤਾਂ ਮੈਨੂੰ ਫਸਾ ਲਿਆ ਸੀ, ਕਫੀਲ ਨੇ ਮੇਰੀ ਧੌਣ ਲਾ ਦੇਣੀ ਸੀ। ਕਹਿੰਦਾ ਮਗਰੋਂ ਰਾਬਤਾ ਆਇਆ ਤੇ ਕਹਿੰਦਾ ਉਹ ਬੰਦਾ ਆਖਦਾ ਪੁੱਤਰ ਬਚ ਕੇ ਤੇ ਤੂੰ ਟੁਰ ਗਏ। ਕਫੀਲ ਕਹਿੰਦਾ ਮੈਂ ਹੁਣ ਪਾਕਿਸਤਾਨ ਦਾ ਪਰਚਾ ਕਰਾਂਗਾ ਤੇਰੇ ਤੇ, ਤੈਨੂੰ ਪਾਕਿਸਤਾਨ ਫਸਾਂਗਾ ਆ ਕੇ। ਕਹਿੰਦਾ ਮੈਂ ਕਿਹਾ ਪਾਕਿਸਤਾਨ ਤੱਕੀ ਜਾਏਗੀ, ਤੂੰ ਕਰੇਗਾ ਜੋ ਵੀ। ਕਹਿੰਦਾ ਕਫੀਲ ਆਇਆ ਤੇ ਕੋਨਾ। ਕਹਿੰਦਾ ਮੈਂ ਕਿਹਾ ਪੁੱਤਰ ਤੂੰ ਤੇ ਪਾਕਿਸਤਾਨ ਆਉਣਾ ਨਾ, ਤੇਰਾ ਮੇਰਾ ਮੁਕਾਬਲਾ ਜ਼ਰੂਰ ਹੋਣਾ। ਕਹਿੰਦਾ ਠੀਕ ਹੈ ਦੇਖੀ ਜਾਈ। ਕਹਿੰਦਾ ਨਾ ਮੈਂ ਉਹਨੂੰ ਪੁੱਛਿਆ ਨਾ ਉਹਨੇ ਮੈਨੂੰ ਪੁੱਛਿਆ, ਲੇਕਿਨ ਕਹਿੰਦਾ ਮੇਰੇ ਕੋਲੋਂ ਗਲਤੀ ਹੋ ਗਈ। ਅੱਗੋਂ ਉਹ ਤੇ ਠੀਕ ਠਾਕ ਉਹਦੀ ਜ਼ਨਾਨੀ।
ਕਹਿੰਦਾ ਉਹਨੂੰ ਤੇ ਟੈਨਸ਼ਨ ਹੀ ਕੋਈ ਨਹੀਂ, ਉਹ ਆਪਣੇ ਉਸੇ ਤਰੀਕੇ ਕਫੀਲ ਨਾਲ ਰਹਿੰਦੀ ਹੈ ਵੀ, ਤੇ ਮੈਂ ਜਿਹੜਾ ਤੂੰ ਨਸ ਆਇਆ, ਕਹਿੰਦਾ ਜੇ ਮੈਂ ਪਕੜਿਆ ਜਾਂਦਾ ਮੇਰੀ ਧੌਣ ਪੱਕੀ ਲੈ ਜਾਣੀ ਸੀ। ਇਸ ਵਾਸਤੇ ਸਊਦੀਆ ਜਿਹੜੇ ਕਾਨੂੰਨ ਨੇ ਸਿਰਫ ਗੈਰ ਮੁਲਕੀਆਂ ਵਾਸਤੇ ਨੇ, ਉਹਨਾਂ ਆਪਣੇ ਵਾਸਤੇ ਕੁਝ ਵੀ ਨਹੀਂ। ਉਹਨਾਂ 4-4 5-5 ਸ਼ਾਦੀਆਂ ਕੀਤੀਆਂ ਨੇ, ਭਾਵੇਂ ਮਹੀਨਾ 2-2 ਮਹੀਨੇ ਆਪਣੇ ਘਰ ਹੀ ਕੋਈ ਨਹੀਂ ਆਉਂਦੇ, ਉਹਨਾਂ ਸਿਰਫ ਗੈਰ ਮੁਲਕੀਆਂ ਨੂੰ ਪੁੱਠਿਆ ਲਟਕਾਉਣਾ ਹੁੰਦਾ। ਇਸ ਵਾਸਤੇ ਸਊਦੀਆ 'ਚ ਇhtiyat ਕਰਿਆ ਕਰੋ। ਮੇਰੇ ਦੋਸਤ ਨੇ ਮੈਨੂੰ ਗੱਲ ਸੁਣਾਈ, ਮੈਂ ਕਿਹਾ ਤੁਹਾਨੂੰ ਸੁਣਾ ਦਿਆਂ। ਅਗਰ ਮੇਰੀ ਗੱਲ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ, ਕਿਉਂਕਿ ਸਬਸਕ੍ਰਾਈਬ ਕਰਨ 'ਚ ਤੁਹਾਡਾ ਤੇ ਕੁਝ ਨਹੀਂ ਜਾਂਦਾ, ਮੇਰਾ ਹੌਸਲਾ ਬੜਾ ਵੱਧਦਾ ਫਿਰ ਵੀਡੀਓ ਬਣਾਉਣ 'ਚ। ਇਸ ਵਾਸਤੇ ਸਬਸਕ੍ਰਾਈਬ ਕਰਿਆ ਕਰੋ। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇਗਾ ਤੇ ਦੁਆਵਾਂ 'ਚ ਯਾਦ ਰੱਖਿਆ ਕਰੋ। ਆਪਣੀ ਸਿਹਤ ਦਾ ਲਾਜ਼ਮੀ ਖਿਆਲ ਰੱਖਿਆ ਕਰੋ। ਸਿਹਤ ਹੈ ਤੇ ਸਭ ਕੁਝ ਹੈ, ਸਿਹਤ ਨਹੀਂ ਤੇ ਕੁਝ ਵੀ ਨਹੀਂ ਇੱਥੇ। ਬਾਕੀ ਅੱਲਾਹ ਹਾਫਿਜ਼।